ਜਿਹੜੀ ਗੱਲ ਕੀਤੀ ਸਰਸਾ ਦੇ ਕੰਢੇ ਤੋਂ ਗੁਰੂ ਪਰਿਵਾਰ ਦਾ ਜਿਹੜਾ ਪਰਿਵਾਰ ਦਾ ਵਿਛੋੜਾ ਪੈਂਦਾ ਹੈ। ਇੱਕ ਪਰਿਵਾਰ ਦਾ ਜਿਹੜਾ ਹਿੱਸਾ ਹੈ ਉਹ ਚਮਕੌਰ ਦੀ ਕੱਚੀ ਗੜੀ ਵਿੱਚ ਪ੍ਰਵੇਸ਼ ਕਰਦਾ ਹੈ। ਆਪਾਂ ਦੂਸਰੇ ਹਿੱਸੇ ਦੀ ਗੱਲ ਕਰ ਰਹੇ ਸੀ। ਧੰਨ ਮਾਤਾ ਗੁਜਰ ਕੌਰ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਦੇ ਨਾਲ ਉਹਨਾਂ ਨੂੰ ਗੰਗੂ ਹੈ ਜਿਹੜਾ ਆਪਣੇ ਘਰ ਵੱਲ ਲੈ ਜਾਂਦਾ ਹੈ। ਸਮੇਂ ਦੀ ਹਕੂਮਤ ਨੇ ਇਹ ਇੱਕ ਸੰਦੇਸ਼ ਜਾਰੀ ਕਰ ਦਿੱਤਾ। ਜਿਹੜੀ ਸਮੇਂ ਦੀ ਹਕੂਮਤ ਹੈ, ਜਿਨ੍ਹਾਂ ਦਾ ਉਸ ਵਕਤ ਰਾਜ ਹੈ, ਗੁਰੂ ਪਰਿਵਾਰ ਨੂੰ ਜੋ ਵੀ ਇੱਥੇ ਪਨਾਹ ਦੇਵੇਗਾ ਨਾ, ਗੁਰੂ ਪਰਿਵਾਰ ਦੀ ਜੋ ਰੱਖਿਆ ਕਰੇਗਾ, ਸਹਾਇਤਾ ਕਰੇਗਾ, ਉਹਦੇ ਸਾਰੇ ਪਰਿਵਾਰ ਨੂੰ ਖਤਮ ਕਰ ਦਿਆਂਗੇ। ਹੌਲੀ ਹੌਲੀ ਧੰਨ ਮਾਤਾ ਗੁਜਰ ਕੌਰ, ਕਿਉਂਕਿ ਬਜ਼ੁਰਗ ਨੇ ਮਾਤਾ ਜੀ, ਅਤੇ ਦੋਨੇ ਛੋਟੇ ਸਾਹਿਬਜ਼ਾਦੇ ਪਿੰਡਾ ਤੈਅ ਕਰਦੇ ਕਰਦੇ ਅੱਗੇ ਅੱਗੇ ਜਾ ਰਹੇ ਨੇ। ਗੰਗੂ ਉਹਨਾਂ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਨੂੰ ਆਪਣੇ ਘਰ ਲੈ ਜਾਂਦਾ ਹੈ। ਜਦੋਂ ਜਿਹੜਾ ਰਾਹ ਦਾ ਸਫ਼ਰ ਹੈ ਨਾ, ਕਿੰਨਾ ਉਹ ਘੁੱਪ ਹਨੇਰਾ, ਕਿੰਨਾ ਉਹ ਭਿਆਨਕ ਰਾਹ ਹੈ। ਨਿੱਕੇ ਨਿੱਕੇ ਬੱਚੇ ਨੇ, ਮਾਸੂਮ ਜਿੰਦਾ ਨੇ। ਮਾਤਾ ਗੁਜਰ ਕੌਰ ਦੇ ਨਾਲ ਤੋਤਲੀ ਆਵਾਜ਼ ਵਿੱਚੋਂ ਬੱਚੇ ਗੱਲਾਂ ਕਰਦੇ ਨੇ। ਮਾਤਾ, ਦਾਦੀ ਮਾਂ, ਸਾਡਾ ਏਡਾ ਵੱਡਾ ਹੱਸਦਾ ਵਸਦਾ ਖੇਡਦਾ ਪਰਿਵਾਰ, ਅਸੀਂ ਅਜੀਤ ਵੀਰੇ ਨੂੰ ਜਾ ਕੇ ਕਦੋਂ ਮਿਲਾਂਗੇ, ਜੁਝਾਰ ਵੀਰ ਨੂੰ ਜਾ ਕੇ ਕਦੋਂ ਮਿਲਾਂਗੇ, ਗੁਰੂ ਪਿਤਾ ਨੂੰ ਜਾ ਕੇ ਕਦੋਂ ਮਿਲਾਂਗੇ। ਹੁਣ ਇਹ ਸਾਹਿਬਜ਼ਾਦੇ ਆਪਣੀ ਦਾਦੀ ਮਾਂ ਨਾਲ ਗੱਲਾਂ ਕਰਦੇ ਜਾ ਰਹੇ ਨੇ। ਗੰਗੂ ਆਪਣੇ ਘਰ ਲੈ ਕੇ ਜਾ ਰਹੇ ਆ ਉਹਨਾਂ ਸਾਹਿਬਜ਼ਾਦਿਆਂ ਨੂੰ। ਹੁਣ ਇੱਕ ਪਾਸੇ ਜਿਹੜਾ ਹਕੂਮਤ ਆ, ਸਮੇਂ ਦੀ ਸਰਕਾਰ ਆ, ਉਹਨੇ ਗੱਲ ਸੰਦੇਸ਼ ਜਾਰੀ ਕਰ ਦਿੱਤਾ ਕਿ ਕੋਈ ਵੀ ਇਸ ਦੁਨੀਆ ਦੇ ਅੰਦਰ, ਸੰਸਾਰ ਦੇ ਅੰਦਰ ਕੋਈ ਵੀ ਗੁਰੂ ਸਾਹਿਬ ਦੇ ਪਰਿਵਾਰ ਦੀ ਸਹਾਇਤਾ ਨਾ ਕਰੇ। ਇੱਥੋਂ ਤੱਕ ਇਨਾਮ ਤੱਕ ਰੱਖ ਦਿੱਤੇ ਗਏ, ਜੇ ਕੋਈ ਗੁਰੂ ਪਰਿਵਾਰ ਬਾਰੇ ਸੂਹ ਦੇਵੇਗਾ, ਜੇ ਕੋਈ ਗੁਰੂ ਪਰਿਵਾਰ ਨੂੰ ਗ੍ਰਿਫਤਾਰ ਕਰਾਵੇਗਾ, ਸਰਕਾਰੇ ਦਰਬਾਰੇ ਉਹਨੂੰ ਇਨਾਮ ਦਿੱਤੇ ਜਾਣਗੇ। ਜਦੋਂ ਇਹ ਆਵਾਜ਼ ਗੰਗੂ ਦੇ ਕੰਨਾਂ ਵਿੱਚ ਪੈਂਦੀ ਹੈ ਨਾ, ਗੰਗੂ ਡਰਦਾ ਵੀ ਹੈ ਤੇ ਘਬਰਾਉਂਦਾ ਵੀ ਹੈ, ਤੇ ਗੰਗੂ ਲਾਲਚ ਵੀ ਆਉਂਦਾ ਗੰਗੂ ਨੂੰ। ਆਪਣੇ ਘਰ ਦੇ ਵਿੱਚ ਲੈ ਗਿਆ, ਸੇਵਾ ਵੀ ਥੋੜ੍ਹੀ ਬਹੁਤੀ ਕੀਤੀ, ਬਿਸਤਰਾ ਵੀ ਦਿੱਤਾ, ਦੁੱਧ ਪਾਣੀ ਵੀ ਛਕਾਇਆ, ਪਰ ਮਨ ਅੰਦਰ ਬੇਈਮਾਨਾ ਵੀ ਹੁੰਦਾ। ਉਹ ਵੀ ਆਪਾਂ ਗੱਲ ਕਰਾਂਗੇ ਲੜੀ ਤਹਿਤ। ਜਿਹੜਾ ਰਾਹ ਦਾ ਸਫ਼ਰ ਆ ਨਾ, ਪਿੰਡ ਹੈ, ਇੱਥੇ ਕਵੀ ਅੱਲਾ ਯਾਰ ਖਾਂ ਜੋਗੀ ਨੇ ਬੜਾ ਪਿਆਰਾ ਲਿਖਿਆ। ਦਾਦੀ ਮਾਂ ਨਾਲ ਕਿਸ ਤਰ੍ਹਾਂ ਉਹ ਨਿੱਕੇ ਛੋਟੇ ਸਾਹਿਬਜ਼ਾਦੇ ਗੱਲਾਂ ਕਰਦੇ ਨੇ। ਕਵੀ ਜੀ ਕਹਿੰਦੇ ਨੇ, ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿੱਧਰ ਗਏ। ਦਾਦੀ ਮਾਂ ਨੂੰ ਕਹਿ ਰਹੇ ਨੇ, ਦਾਦੀ ਮਾਂ, ਸਾਡੇ ਸਿਪਾਹੀ, ਸਾਡੇ ਉਹ ਸਿੱਖ ਆਨੰਦਪੁਰ ਦੇ ਵਿੱਚ ਰਹਿੰਦੇ ਸੀ, ਜਦੋਂ ਕਿੰਨੇ ਸਿਪਾਹੀ ਸੀ ਉੱਥੇ ਗੱਤਕਾ ਖੇਡਦੇ ਸੀ, ਆਪਣੇ ਵੱਡੇ ਵੀਰ ਨਾਲ ਖੇਡਦੇ ਸੀ, ਛੋਟੇ ਵੀਰ ਨਾਲ ਖੇਡਦੇ ਸੀ। ਫਤਿਹ ਸਿੰਘ ਕਹਿੰਦਾ ਤੋਤਲੀ ਆਵਾਜ਼ ਨਾਲ, ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿੱਧਰ ਗਏ। ਦਰਿਆ ਮੇਂ ਹਮਕੋ ਛੋੜ ਕੇ ਰਾਹੀ ਕਿੱਧਰ ਗਏ। ਇੱਕ ਦਰਿਆ ਦੇ ਕਿਨਾਰੇ, ਸਰਸਾ ਦੇ ਨਦੀ ਦੇ ਕਿਨਾਰੇ ਸਾਨੂੰ ਛੱਡ ਕੇ ਪਤਾ ਨਹੀਂ ਕਿੱਧਰ ਚਲੇ ਗਏ। ਪੋਹ ਦਾ ਮਹੀਨਾ, ਇੰਨੀ ਠੰਡ ਵਰਸ ਰਹੀ ਹੈ। ਸਾਡੇ ਗੁਰੂ ਜੀ, ਸਾਡੇ ਗੁਰੂ ਪਿਤਾ ਜੀ, ਸਾਡੇ ਉਹ ਭਰਾ। ਅੱਗੇ ਕਵੀ ਜੀ ਲਿਖਦੇ ਨੇ, ਤੜਪਾ ਕੇ ਹਾਏ ਸੂਰਤ ਮਾਹੀ ਕਿੱਧਰ ਗਏ। ਉਹ ਸਾਡੇ ਮਾਹੀ ਪਿਤਾ ਜੀ ਸਾਨੂੰ ਉਸ ਦਰਿਆ ਦੇ ਕਿਨਾਰੇ ਤੇ, ਤਰਸਾ ਦੇ ਕੰਢੇ ਤੇ ਤੜਫਾ ਕੇ ਗਏ ਨੇ। ਇਹ ਸਾਹਿਬਜ਼ਾਦੇ ਕਹਿ ਰਹੇ ਨੇ ਨਾ, ਛੋਟੇ ਸਾਹਿਬਜ਼ਾਦੇ। ਅੱਬਾ ਬਾਗ ਕੇ ਲਸ਼ਕਰ ਸ਼ਾਹੀ ਕਿੱਧਰ ਗਏ। ਅੱਬਾ ਦਾ ਅਰਥ ਹੁੰਦਾ ਜੀ ਪਿਓ। ਉਹ ਸੋਹਣੀਆਂ ਸੂਰਤਾਂ ਵਾਲੇ ਸਾਡੇ ਵੀਰ, ਸਾਡੇ ਸਿੱਖ। ਅੱਗੇ ਕਹਿੰਦੇ, ਅੱਬਾ ਬਾਗ ਕੇ ਲਸ਼ਕਰ ਸ਼ਾਹੀ ਕਿੱਧਰ ਗਏ। ਐਡਾ ਲਾਹੋ ਲਸ਼ਕਰ ਸਾਡੇ ਨਾਲ ਸੀ ਆਨੰਦਪੁਰ ਤੋਂ ਜਦੋਂ ਅਸੀਂ ਤੁਰੇ ਸੀ, ਆਏ ਸੀ, ਪਰ ਸਰਸਾ ਦੇ ਕੰਢੇ ਸਭ ਕੁਝ ਹੀ ਤੈਸ਼ ਨੈਸ਼ ਹੋ ਗਿਆ। ਦਾਦੀ ਨੂੰ ਕਹਿ ਰਹੇ ਨੇ, ਸਾਡੇ ਅੱਬਾ ਜੀ ਕਿੱਧਰ ਗਏ। ਕਹਿ ਰਹੇ ਨੇ, ਕਵੀ ਜੀ ਲਿਖ ਰਹੇ ਨੇ, ਭਾਈ ਭੀ
हमको भूल गए शोक जंग में। ਸਾਡੇ ਭਰਾ ਅਜੀਤ ਅਤੇ ਜੁਝਾਰ ਸਾਨੂੰ ਭੁੱਲੇ ਬੈਠੇ ਨੇ, ਉਹਨਾਂ ਨੂੰ ਜੰਗ ਦਾ ਹੀ ਚਾਅ ਲੱਗਿਆ। ਸਾਹਿਬਜ਼ਾਦੇ ਕਹਿ ਰਹੇ ਨੇ ਆਪਣੀ ਦਾਦੀ ਮਾਂ ਨੂੰ ਉਸ ਪਿੰਡੇ ਦੇ ਅੰਦਰ, ਉਸ ਰਾਹ ਦੇ ਅੰਦਰ, ਆਪਣਾ ਖਿਆਲ ਤੱਕ ਨਹੀਂ, ਸਾਡਾ ਉਹਨਾਂ ਨੂੰ ਹਾਲ ਤੱਕ ਕੋਈ ਖਿਆਲ ਨਹੀਂ ਆਇਆ। ਅਸੀਂ ਇੱਧਰ ਪਿੰਡਾਂ ਤੈਅ ਕਰਦੇ ਆ ਰਹੇ ਹਾਂ, ਦਾਦੀ ਮਾਂ ਸਾਡਾ ਕੋਈ ਖਿਆਲ ਨਹੀਂ ਆਉਂਦਾ ਗੁਰੂ ਪਿਤਾ ਨੂੰ, ਸਾਡਾ ਉਹਨਾਂ ਅਜੀਤ ਵੀਰ ਨੂੰ, ਜੁਝਾਰ ਵੀਰ ਨੂੰ ਕੋਈ ਖਿਆਲ ਨਹੀਂ ਆਉਂਦਾ। ਅੱਗੇ ਕਹਿ ਰਹੇ ਨੇ ਆਪਣਾ ਖਿਆਲ ਤੱਕ ਨਹੀਂ ਜੋਕ ਤੁਫੰਗ ਮੇ। ਉਸ ਯੁੱਧ ਦੇ ਮੈਦਾਨ ਵਿੱਚ ਉਹਨਾਂ ਨੂੰ ਸਾਡਾ ਕੋਈ ਖਿਆਲ ਨਹੀਂ ਆਇਆ, ਸਾਡਾ ਵੀ ਚਿੱਤ ਕਰਦਾ ਸੀ ਉਸ ਜੰਗ ਦੇ ਮੈਦਾਨ ਅੰਦਰ ਜਾਣ ਨੂੰ। ਇਸ ਤਰ੍ਹਾਂ ਉਹ ਸਾਹਿਬਜ਼ਾਦੇ ਨਾ ਦਾਦੀ ਮਾਂ ਨਾਲ ਗੱਲਾਂ ਕਰਦੇ ਨੇ। ਹੁਣ ਦਾਦੀ ਮਾਂ ਉਹਨਾਂ ਨੂੰ ਬੜੇ ਸਲੀਕੇ ਨਾਲ, ਬੜੇ ਪਿਆਰ ਨਾਲ ਗੱਲਾਂ ਸਮਝਾ ਰਹੀ ਹੈ। ਜੋ ਕੁਝ ਹੁਣ ਉਹਨਾਂ ਸਾਹਿਬਜ਼ਾਦਿਆਂ ਨੂੰ ਥੋੜ੍ਹਾ ਪਤਾ ਹੈ, ਛੋਟੇ ਸਾਹਿਬਜ਼ਾਦਿਆਂ ਨੂੰ, ਵੀ ਚਮਕੌਰ ਦੀ ਜੰਗ ਦੇ ਅੰਦਰ ਉਹ ਦੋ ਵੱਡੇ ਸਾਹਿਬਜ਼ਾਦੇ ਸ਼ਹਾਦਤ ਦਾ ਜਾਮਾ ਪੀ ਗਏ ਨੇ। ਅੱਗੇ ਸਾਹਿਬਜ਼ਾਦੇ ਇੱਕ ਗੱਲ ਹੋਰ ਬੜੀ ਪਿਆਰੀ ਲਿਖੀ ਕਵੀ ਅੱਲਾ ਯਾਰ ਖਾਂ ਜੋਗੀ ਨੇ, ਤੁਸੀਂ ਜ਼ਰੂਰ ਪੜ੍ਹਿਓ ਜੀ ਆਪ ਵੀ, ਜਿਹੜੇ ਪੜ੍ਹਦੇ ਨੇ ਵੀਰ ਭਰਾ। ਉਹ ਦਰਦ ਕਵੀ ਜੀ ਨੇ ਕਲਮ ਦੇ ਨਾਲ ਜੋ ਬਿਆਨ ਦੱਸਿਆ ਨਾ, ਕਿੰਨਾ ਭਿਆਨਕ ਪਿੰਡਾ, ਕਿੰਨੇ ਭਿਆਨਕ ਹਾਲਾਤਾਂ ਵਿੱਚ ਦਾਦੀ ਮਾਂ ਉਹਨਾਂ ਨੂੰ ਕਿੰਨਾ ਆਸਰਾ ਦੇ ਰਹੀ ਹੈ। ਜਬ ਰਨ ਸੇ ਅਜੀਤ ਜੀਤ ਕੇ ਤਸ਼ਰੀਫ ਲਾਏਂਗੇ। ਸਾਹਿਬਜ਼ਾਦੇ ਕਹਿ ਰਹੇ ਨੇ ਜਦੋਂ ਉਸ ਜੰਗ ਦੇ ਮੈਦਾਨ ਵਿੱਚੋਂ ਅਜੀਤ ਵੀਰ ਜਿੱਤ ਕੇ ਆਵੇਗਾ ਨਾ, ਜਿੱਤ ਕੇ ਆ ਜਾਣਗੇ, ਅੱਬਾ ਕੇ ਸਾਥ, ਮੇਰੇ ਪਿਓ ਦੇ ਨਾਲ, ਮੇਰੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ, ਅੱਬਾ ਕੇ ਸਾਥ ਜਿਸ ਗੜੀ ਜੁਝਾਰ ਆਏਂਗੇ। ਜਦੋਂ ਸਾਡੇ ਦੋਨੋਂ ਵੀਰ ਅਜੀਤ ਅਤੇ ਜੁਝਾਰ ਉਸ ਚਮਕੌਰ ਦੀ ਜੰਗ ਦੇ ਵਿੱਚੋਂ ਜਿੱਤ ਕੇ ਆਉਣਗੇ, ਇਹ ਸਾਹਿਬਜ਼ਾਦੇ ਦਾਦੀ ਮਾਂ ਨੂੰ ਕਹਿ ਰਹੇ ਨੇ। जब रन से अजीत जीत के तशरीफ लाएंगे, अब्बा के साथ जिस गड़ी जुझार आएंगे। अगे किया कवि जी कहते करके गिला हर एक से हम रूठ जाएंगे। असी उन्हां नाल गिला करांगे, रुस जावांगे, असी उन्हां नूं बुलाउंदे नहीं। उस दरिया के किनारे ते सानूं छड्ड के चले गए, साडा ख्याल तक नहीं आया। करके गिला हम हर एक से रूठ जाएंगे। माता कभी, पिता कभी, बाई कभी मनाएंगे। कदे सानू माँ मनाऊगी, कदे सानू पिता मनावेगा, कदे सानू भरा मनाणगे। असी गिला करके रुस जावांगे उन्हां नाल। ਸਾਹਿਬਜ਼ਾਦਿਆਂ ਦੀ ਤੋਤਲੀ आवाज़ विच ये गल्लां कर रहे ने माँ नाल, दादी माँ नाल। हमसे गले लगा के, फिर जदों असीं रुसांगे ना, छोटे ਸਾਹਿਬਜ਼ਾਦੇ कहंदे, क्योंकि भरावां विच प्यार बहुत सी जी। हमसे गले लगा के कहेंगे वो बार बार, फिर वो सानू अजीत वीर, जुझार वीर सानू गल दे नाल लाउणगे। हमसे गले लगा के कहेंगे वो बार बार, मान जाओ लेकिन हम नहीं मानेंगे जिनहार। वो सानू गले नाल ला के, गोदी चुक के सानू मनाउणगे, पर असीं मनना नहीं। पर ਸਾਹਿਬਜ਼ਾਦੇ ਇਹ ਗੱਲਾਂ ਦਾਦੀ ਮਾਂ ਨਾਲ ਕਰਦੇ ਨੇ। ਅੱਗੇ ਕਵੀ ਜੀ ਲਿਖਦੇ ਨੇ, ਇਕਰਾਰ ਲੋ ਜਦੋਂ ਸਾਨੂੰ ਮਨਾਉਣਗੇ ਨਾ ਉਹ ਵੱਡੇ ਵੀਰ, ਸਾਡੇ ਪਿਤਾ ਜੀ, ਸਾਡੀ ਮਾਤਾ ਜੀ, ਅਸੀਂ ਉਹਨਾਂ ਨੂੰ ਕਵਾਂਗੇ ਵੀ ਬਚਨ ਲਓ, ਇਕਰਾਰ ਲਓ, ਸਭ ਸੇ ਬੁਲਾਣਾ ਨਾ ਫਿਰ ਕभी। ਜਦੋਂ ਅਸੀਂ ਮਿਲ ਜਾਵਾਂਗੇ ਨਾ ਉਹਨਾਂ ਸਾਹਿਬਜ਼ਾਦਿਆਂ ਨੂੰ, ਉਹਨਾਂ ਨੂੰ ਕਵਾਂਗੇ ਇਕਰਾਰ ਲਓ, ਵਾਅਦਾ ਕਰੋ ਸਾਡੇ ਨਾਲ, ਸਾਨੂੰ ਫਿਰ ਕਦੇ ਭੁਲਾਇਓ ਨਾ। ਆ ਲੰਮੀਆਂ ਪੋਹ ਦੀਆਂ ਰਾਤਾਂ, ਵਗਦੀ ਠੰਡੀ ਠੰਡ, ਜਿਹੜੀ ਸਿਆਲ ਦਾ ਮਹੀਨਾ, ਠੰਡ ਦਾ ਮਹੀਨਾ। इकरार लो हमसे बुलाना ना फिर कभी, बार दिगर विछड़ के सताना ना फिर कभी। इस तरह साडे नाल विछड़ के फिर सानू कदे सतायो ना। साडे कोलों विछोड़ा दादी माँ सहार नहीं हुंदा। अपनी दादी नाल गल्लां करदे ने कवि जी, इत्थे कलम बंद करियो सारी गलबात।
ਹਮ ਕੋ ਅਕੇਲੇ ਛੋੜ ਕੇ ਜਾਣਾ ਨਾ ਫਿਰ ਕਵੀ। ਉਹ ਸਾਹਿਬਜ਼ਾਦੇ ਕਹਿ ਰਹੇ ਨੇ ਛੋਟੇ ਆਪਣੇ ਵੱਡੇ ਵੀਰ ਨੂੰ, ਆਪਣੇ ਪਿਤਾ ਨੂੰ, ਮਾਂ ਨੂੰ ਇਹ ਗੱਲ ਕਹਿਣਗੇ ਜਦੋਂ ਮਿਲਣਗੇ ਨਾ, ਹਮ ਕੋ ਅਕੇਲੇ ਛੋੜ ਕੇ ਇਸ ਜੰਗਲੀ ਰਾਹਾਂ ਦੇ ਵਿੱਚ, ਭਿਆਨਕ ਰਾਹਾਂ ਦੇ ਵਿੱਚ ਦੁਬਾਰਾ ਨਾ ਸਾਨੂੰ ਕਿਤੇ ਛੱਡ ਕੇ ਚਲੇ ਜਾਇਓ। ਕਹਿ ਦੇਤੇ ਹੈ ਯੂੰ ਹੱਸ ਕੇ ਰੁਲਾਣਾ ਨਾ ਫਿਰ ਕਵੀ। ਸਾਨੂੰ ਰੁਲਾਇਓ ਨਾ। ਅਜੀਤ ਵੀਰ ਤੁਹਾਡੀ ਯਾਦ ਬਹੁਤ ਆਉਂਦੀ ਹੈ, ਪਿਤਾ ਜੀ ਤੁਹਾਡੀ ਯਾਦ ਬਹੁਤ ਆਉਂਦੀ ਹੈ। ਆਪਣੇ ਦਿਲ 'ਤੇ ਹੱਥ ਧਰ ਕੇ ਵੇਖੋ, ਆਪਣੇ ਹਿਰਦੇ 'ਤੇ ਹੱਥ ਧਰ ਕੇ ਵੇਖੋ। ਅਸੀਂ ਸਾਰੇ ਪਰਿਵਾਰਾਂ ਵਾਲੇ ਹਾਂ, ਧੀਆਂ ਪੁੱਤਰਾਂ ਵਾਲੇ ਹਾਂ। ਧੀਆਂ ਪੁੱਤਰਾਂ ਦਾ ਵਿਛੋੜਾ ਬਹੁਤ ਕਹਿਰ ਦਾ ਵਿਛੋੜਾ ਹੁੰਦਾ ਹੈ, ਪਰ ਸਤਿਗੁਰੂ ਮਹਾਰਾਜ ਨੇ ਆਪਣੇ ਜਿਗਰ ਦੇ 4 ਟੋਟੇ ਸਾਡੇ ਤੋਂ ਕੁਰਬਾਨ ਕਰ ਦਿੱਤੇ, ਸਾਡੇ ਤੋਂ ਵਾਰ ਦਿੱਤੇ। ਦਸ਼ਮੇਸ਼ ਪਿਤਾ ਵਰਗਾ ਦੁਨੀਆ ਦੇ ਅੰਦਰ, ਸੰਸਾਰ ਦੇ ਅੰਦਰ, ਆਲ ਵਰਲਡ ਦੇ ਅੰਦਰ ਕੋਈ ਨਹੀਂ ਬਣ ਸਕਦਾ। ਪੁੱਤਰਾਂ ਦਾ ਵਿਛੋੜਾ ਸਹਿਣਾ ਬਹੁਤ ਔਖਾ ਹੈ ਜੀ। 4 ਪੁੱਤਰ ਕੁਰਬਾਨ ਕਰ ਦਿੱਤੇ ਪਿਤਾ ਨੇ। ਮਾਤਾ ਗੁਜਰ ਕੌਰ ਕੁਰਬਾਨ ਕਰ ਦਿੱਤੀ, ਪਿਤਾ ਗੁਰੂ ਤੇਗ ਬਹਾਦਰ ਦਿੱਲੀ ਵਿੱਚ ਕੁਰਬਾਨ ਕਰ ਦਿੱਤਾ। ਆਪਣੇ ਆਪ ਨੂੰ ਕੁਰਬਾਨ ਕਰਕੇ ਪਾਤਸ਼ਾਹ ਜੀ ਆਪਣੇ ਕਿੰਨੇ ਜਿਗਰ ਦੇ ਟੋਟੇ ਉਹ ਸਿੱਖ ਗੁਰੂ ਨੇ ਕੁਰਬਾਨ ਕਰ ਦਿੱਤੇ। ਇੱਥੇ ਸਾਹਿਬਜ਼ਾਦੇ ਕਹਿ ਰਹੇ ਨੇ ਜਦੋਂ ਮਿਲਾਪ ਹੋਏਗਾ ਨਾ, ਅਸੀਂ ਇੱਕੋ ਗੱਲ ਕਵਾਂਗੇ ਵੀ ਸਾਨੂੰ ਕਦੇ ਰੁਲਾਇਓ ਨਾ। ਬੱਚੋ ਕੀ ਗੁਫ਼ਤਗੂ ਜੋ ਸੁਣੀ ਦਾਦੀ ਜਾਨ ਨੇ। ਬੱਚਿਆਂ ਦੀ ਇਹ ਆਵਾਜ਼ ਨਾ ਜਦੋਂ ਦਾਦੀ ਨੇ ਸੁਣੀ, ਬਿਖਤਿਆ ਯਾਰ ਰੋ ਦਿਆ ਉਸ ਬਾਲਾ ਸ਼ਾਨ ਨੇ। ਖੁਦ ਬਾ ਖੁਦ ਦਾਦੀ ਮਾਂ ਦਾ ਅੰਦਰ ਆਪਾ ਸੀ ਨਾ, ਜਿਹੜਾ ਅੰਦਰੋਂ ਦਾਦੀ ਮਾਂ ਵੀ ਭਰ ਗਈ ਵੀ ਇਹਨਾਂ ਛੋਟੇ ਛੋਟੇ ਪੋਤਰਿਆਂ ਨੂੰ, ਬੱਚਿਆਂ ਨੂੰ ਮੈਂ ਹੁਣ ਕੀ ਦੱਸਾਂ। ਬਾਰ-ਬਾਰ ਮੈਨੂੰ ਕਹਿੰਦੇ ਨੇ, ਕਹਿਤੀ ਥੀ ਜੀ। ਅੱਗੇ ਸਾਹਿਬਜ਼ਾਦਿਆਂ ਬਾਰੇ ਜੋ ਅੱਲਾ ਯਾਰਖਾਂ ਜੋਗੀ ਨੇ ਲਿਖਿਆ ਨਾ, ਉਹ ਸਾਰੀ ਵਾਰਤਾਲਾਪ ਕਵੀ ਜੀ ਨੇ ਇਹਨਾਂ ਪੰਕਤੀਆਂ ਦੇ ਅੰਦਰ, ਇਹਨਾਂ ਸ਼ੇਰਾਂ ਦੇ ਅੰਦਰ ਕੀਤੀ ਹੈ। ਅੰਦਰੋਂ ਰੁੱਗ ਭਰ ਕੇ ਨਿਕਲ ਜਾਂਦਾ ਹੈ ਵੀ ਕਿਸ ਤਰ੍ਹਾਂ ਉਹ ਸਮਾਂ ਭਿਆਨਕ ਪੈਂਡਾ ਸਤਿਗੁਰੂ ਮਹਾਰਾਜ ਦੇ ਪਰਿਵਾਰ ਨੇ ਆਪਣੇ ਸੀਨੇ 'ਤੇ, ਆਪਣੇ ਪਿੰਡੇ 'ਤੇ ਹੰਢਾਇਆ। ਦਾਦੀ ਨਾਲ ਉਹ ਤੋਤਲੀ ਆਵਾਜ਼ ਵਿੱਚ ਉਹ ਸਾਹਿਬਜ਼ਾਦੇ ਗੱਲਾਂ ਕਰਦੇ ਨੇ, ਪਰ ਦਾਦੀ ਮਾਂ ਫਿਰ ਕਹਿੰਦੀ ਹੈ ਕੋਈ ਗੱਲ ਨਹੀਂ, ਆਪਾਂ ਅਜੀਤ ਨੂੰ ਵੀ ਮਿਲਾਂਗੇ, ਜੁਝਾਰ ਨੂੰ ਵੀ ਮਿਲਾਂਗੇ, ਪਿਤਾ ਨੂੰ ਵੀ ਮਿਲਾਂਗੇ। ਪਰ ਇੱਧਰੋਂ ਸਾਹਿਬਜ਼ਾਦੇ ਗੰਗੂ ਦੇ ਘਰ ਠਹਿਰੇ ਹੋਏ ਨੇ। ਗੰਗੂ ਦੇ ਮਨ ਅੰਦਰ ਲਾਲਚ ਆ ਗਿਆ। ਮਾਤਾ ਕੋਲ ਕੁਝ ਮੋਹਰਾਂ ਦੀ ਥੈਲੀ ਸੀ, ਗੰਗੂ ਨੇ ਉਹ ਮੋਹਰਾਂ ਦੀ ਥੈਲੀ ਚੁਰਾ ਲਈ। ਮਾਤਾ ਨੇ ਕਿਹਾ ਵੇ ਗੰਗੂ, ਮੈਂ ਸੰਖੇਪ ਅੰਦਰ ਗੱਲ ਕਰਾਂ ਜੀ, ਵੇ ਗੰਗੂ ਜੇ ਤੈਨੂੰ ਮੋਹਰਾਂ ਦੀ ਲੋੜ ਸੀ ਮੇਰੇ ਕੋਲ ਮੰਗ ਕੇ ਲੈ ਲੈਂਦਾ। ਸਾਰੀ ਉਮਰ ਤੇਰੀ ਲੰਘੀ ਗੁਰੂ ਘਰ ਦੇ ਵਿੱਚ, ਸਾਰਾ ਸਮਾਂ ਤੇਰਾ ਬਤੀਤ ਹੋ ਗਿਆ, ਤੇਰੇ ਕੋਲ ਕੁਝ ਵੀ ਕਦੇ ਲੁਕੋ ਕੇ ਨਹੀਂ ਰੱਖਿਆ। ਪੁੱਤਰਾ ਵਾਂਗੂ ਤੈਨੂੰ ਰੱਖਿਆ, ਤੇਰੇ ਕੋਲ ਕੁਝ ਵੀ ਨਹੀਂ ਲੁਕੋ ਕੇ ਰੱਖਿਆ, ਪੁੱਤਰਾ ਵਾਂਗੂ ਤੈਨੂੰ ਰੱਖਿਆ। ਦਾਦੀ ਮਾਂ ਕਹਿੰਦੀ, ਗੁਜਰ ਕੌਰ ਮਾਤਾ ਕਹਿੰਦੀ। ਇੰਨੀ ਜਦੋਂ ਗੱਲ ਸੁਣੀ ਨਾ ਗੰਗੂ ਨੇ, ਗੰਗੂ ਕਹਿਣ ਲੱਗਾ ਇੱਕ ਤਾਂ ਮੈਂ ਤੁਹਾਨੂੰ ਇਸ ਮੁਸੀਬਤ ਵਿੱਚ ਪਨਾਹ ਦਿੱਤੀ ਹੈ। ਵੇਖੋ ਪਰਉਪਕਾਰ ਗੁਰੂ ਦਾ ਵੀ ਕਿੱਡਾ ਸੀ ਨਾ, ਕਿੰਨਾ ਲੰਮਾ ਸਮਾਂ ਗੁਰੂ ਘਰ ਦੇ ਅੰਦਰ ਰਸੋਈਆ ਰਿਹਾ, ਕੰਮ ਕਰਦਾ ਰਿਹਾ, ਸੇਵਾ ਕਰਦਾ ਰਿਹਾ। ਗੁਰੂ ਸਾਹਿਬ ਜੀ ਕਿਵੇਂ ਪੁੱਤਰਾਂ ਦੀ ਤਰ੍ਹਾਂ ਨੂੰ ਰੱਖਦੇ ਰਹੇ, ਮਾਤਾ ਗੁਜਰ ਕੌਰ ਜੀ ਪੁੱਤਰਾਂ ਦੀ ਤਰ੍ਹਾਂ ਰੱਖਦੇ ਰਹੇ। ਜਾ ਕੇ ਇਸ ਗੰਗੂ ਨੇ ਮੋਰਿੰਡੇ ਥਾਣੇ ਦੇ ਅੰਦਰ ਸ਼ਿਕਾਇਤ ਕਰ ਦਿੱਤੀ। ਕੀ ਸ਼ਿਕਾਇਤ ਕੀਤੀ ਹੈ? ਗੁਰੂ ਦੀ ਮਾਤਾ ਤੇ ਗੁਰੂ ਦੇ 2 ਛੋਟੇ ਸਾਹਿਬਜ਼ਾਦੇ ਮੇਰੇ ਕੋਲ ਨੇ, ਮੇਰੇ ਘਰ ਵਿੱਚ ਨੇ। ਇੱਥੇ ਇਤਿਹਾਸਕਾਰ ਲਿਖਦੇ ਨੇ ਜੀ, ਮੋਰਿੰਡੇ ਦੇ ਜਿਹੜੇ ਰੰਗੜ ਸੀ, ਜਾਨੀ ਖਾਂ ਤੇ ਮਾਨੀ ਖਾਂ, ਉਹਨਾਂ ਦਾ ਨਾਮ ਲਿਖਿਆ ਇਤਿਹਾਸ ਅੰਦਰ। ਉਹਨਾਂ ਨੂੰ ਬੁਲਾਇਆ, ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਵਾ ਦਿੱਤਾ। ਸਾਰੀ ਉਮਰ ਗੁਰੂ ਘਰ ਦੇ ਅੰਦਰ ਖਾਂਦਾ ਰਿਹਾ, ਸੇਵਾ ਕਰਦਾ ਰਿਹਾ। ਜਦੋਂ ਗੁਰੂ ਪਰਿਵਾਰ ਤੇ ਮੁਸੀਬਤ ਬਣੀ, ਗੁਰੂ ਪਰਿਵਾਰ ਨੂੰ ਗ੍ਰਿਫਤਾਰ ਹੀ ਕਰਾ ਦਿੱਤਾ ਇਸ ਬੇਈਮਾਨ ਬੰਦੇ ਨੇ। ਪਨਾਹ ਤਾਂ ਕੀ ਦੇਣੀ ਸੀ, ਰੱਖਿਆ ਤਾਂ ਕੀ ਕਰਨੀ ਸੀ ਉਸ ਬਜ਼ੁਰਗ ਮਾਂ ਦੀ, ਛੋਟੇ ਸਾਹਿਬਜ਼ਾਦਿਆਂ ਦੀ।
पर इस ने गिरफ्तार करा दिता। गंगू नूं गिरफ्तारी का इनाम मिलिया, सरकारी दरबारे उस वक्त इनाम मिलिया। गंगू बड़ा खुश होया भी मेरे को किन्ने पैसे मैनू मिल गए। पर कीमती जो मोहरां सी, कीमती साडा सरमाया सी, बहुत बड़ा धोखा किया। इतिहास अंदर अज भी आपां नां लैने जी। एक पासे वजीर खान ने संदेश जारी कर दिता भी गुरु परिवार नूं कोई पनाह ना देवे। इत्थों मरिंडे थाणे दे विचों ਉਹ माता गुजर कौर, वो छोटे साहबजादे सरहंद पहुँचते हैं जी। अज भी आप वेखते हैं ठंडा बुरज। मैं बहुत बार बेनती की है, इस ठंड के मौसम के विच बच्चों ते बजुर्गों को बहुत ठंड लगती है। नौजवान तो ठंड नूं झल लैंदा है, पर बच्चे ते बजुर्ग बहुत ठंड महसूस करते हैं। बजुर्ग दादी माँ है उधर, ते बच्चे वो साहबजादे ने। किन्नी कक्कर पैंदा, ठंड पैंदी है, पोह दा उपरों महीना है, ठंडे बुरज विच माता नूं रखिया गया। एक पासे गुरु घर दे अंदर इन्ना समा सेवा करके किड्डा वड्डा अपराध कर दिता, पाप कर दिता गंगू वर्गियां ने गिरफ्तार करा के। एक पासे इसे इन्हां ही दिनां विच सत्कारयोग बाबा मोती राम मेहरा जी किसी सरकार की परवाह नहीं की, किसी सरकारी बंदे की परवाह नहीं की, अपनी जान जोखम दे विच पा करके इक्को सेवा आखी मंगी, गुरु के लाला नूं, गुरु के माता नूं इक्को सेवा मेरी प्रवान कर लेना, मैं दुध की सेवा लैके हाज़र हाँ। वो एहलकारां ने बड़ा तंग भी किया। अपने जिन्ने इतिहास विच जिक्र मिलता जी, असीं देखते हैं जिन्ना कुछ गहना गट्टा सारा कुछ कुर्बान कर दिता, लुटा दिता, पर मेरी ये सेवा ना किते खो लेना। तवारीख के अंदर उन्होंने सिर झुकदा जी, से टोडरमल वर्गियां नूं, बाबा मोती राम मेहरे वर्गियां नूं, जिन्हां ने अपनी जान जोखम दे विच पा करके किड्डा वड्डा परोपकार किया, किड्डा वड्डा पुण्य का काम किया। इधरों सारी उम्र गुरु घर विच खा के किड्डा वड्डा अपराध कर दिता। इत्थे साहबजादे ठंडे बुरज दे विच रखे जांदे ने। ठंडे बुरज दे विच धन माता गुजर कौर अपने उन्हां दुलारियां नूं, अपने उन्हां पोतरियां नूं किस तरह जपजी साहब दीयां लोरियां दिंदी है, किस तरह उन्हां नूं समझाउंदी दसदी है। वो ठंडे बुरज दीयां रातां बहुत भयानक रातां ने, पर माता गुजर कौर सबर के अंदर संतोख के अंदर रह करके वो रातां नूं गुजारते हैं। किते महसूस करके वेखियो जी, अत की ठंड है, पोह का महीना है, कक्कर वरदा है, उधरों बजुर्ग माँ नूं ठंडे बुरज दे विच कैद करके रखिया होया है। कसूर तो कोई नहीं ना इन्हां बच्चों का ते माता गुजर कौर का भी। इस वक्त जदों असीं दूसरा दिन चढ़दा है, साहबजादियां दी पेशी पैंदी है सूबे दे दरबार दे अंदर। साहबजादियां दी जदों पेशी पैंदी है ना, माता गुजर कौर दे कोलों सिपाही साहबजादियां नूं लैण वास्ते आउंदे ने। दोनों साहबजादियां नूं माता गुजर कौर तैयार करदी है, पुत्रो सूबे दे दरबार अंदर तुसीं जाना है, ईन ना मन जाओ, डर ना जाओ, घबरा ना जाओ, मासूम जिंदा ने, पिंडा बहुत तुहाडा लंबा है। रस्ते विच जदों सिपाही जदों ठंडे बुरज तो लैके जाते हैं ना सूबे के दरबार तक, बड़ियां गल्लां करते हैं, उन्होंने कहते लालच दिंदे ने, डरावे भी दिंदे ने। तुसीं सूबे के दरबार अंदर हाज़र होना है, उत्थे झुक के सलाम करनी है, उत्थे अपना सिर झुका देना है, बड़ा कुछ कहते हैं। पर जदों असीं तवारीख नूं पढ़दे विचारदे ना, सिपाही उन्हां साहबजादियां नूं लैण वास्ते आउंदे ने, दोवां साहबजादियां नूं। जदों सूबे दे दरबार आउंदा है, उन्हां समय दे एहलकारां ने, सिपाहियां ने ना बड़ा दरवाजा बंद कर दिता। पुराना एक आप अज भी देखते भी एक खिड़की लगी हुंदी छोटी दरवाजियां दे अंदर, उस छोटी खिड़की खोल दिती भी जदों साहबजादे आउणगे ना, पहलां सिपाही सिर झुका के लंघदे ने उस वजीर खान दे, भी जदों असीं सिर झुका के लंघांगे आ साहबजादे भी साडी रीस करके इस तरह लंघ जाणगे। ये तां बच्चे ने, पर इत्थे सोच के वेखो माता गुजर कौर दी सिੱਖਿਆ किड्डी प्रपक्क सिੱਖਿਆ है, किड्डी दृढ़ता वाली सिੱਖਿਆ है। माता गुजर कौर समझाउंदी है,
ਪੁੱਤਰੋ ਡੋਲ ਨਾ ਜਾਇਓ, ਘਬਰਾ ਨਾ ਜਾਇਓ। ਇਹ ਸਾਡਾ ਸੀਸ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਝੁਕਦਾ ਹੈ, ਕਿਸੇ ਬੰਦੇ ਅੱਗੇ ਨਹੀਂ ਝੁਕਦਾ। ਇਹ ਤਵਾਰੀਖ ਦੀ ਸਾਖੀ ਜੀ ਸਾਨੂੰ ਬਹੁਤ ਕੁਝ ਸਮਝਾਉਂਦੀ ਹੈ, ਖਾਸ ਕਰਕੇ ਮਾਤਾਵਾਂ ਭੈਣਾਂ, ਖਾਸ ਕਰਕੇ ਉਹ ਵੀਰ ਬਜ਼ੁਰਗ ਸਾਰਿਆਂ ਦੀ ਮੈਂ ਗੱਲ ਕਰਾਂ ਜਿਨ੍ਹਾਂ ਨੇ ਖੰਡੇ ਵਾਟੇ ਦੀ ਪਹੁਲ ਲਈ ਹੋਈ ਹੈ। ਸਾਡਾ ਸਿਰ ਕੇਵਲ ਗੁਰੂ ਗ੍ਰੰਥ ਸਾਹਿਬ ਅੱਗੇ ਝੁਕਦਾ ਹੈ, ਕਿਸੇ ਦੇਹਧਾਰੀ ਬਾਬੇ ਅੱਗੇ, ਕਿਸੇ ਬੰਦੇ ਅੱਗੇ ਨਹੀਂ ਝੁਕਦਾ। ਇਹ ਸਾਹਿਬਜ਼ਾਦਿਆਂ ਦੀ ਸਾਖੀ ਸਾਨੂੰ ਸਮਝਾਉਂਦੀ ਹੈ। 7 ਤੇ 9 ਸਾਲ ਦੀ ਉਮਰ ਹੈ, ਜ਼ਮੀਰ ਨਹੀਂ ਉਹਨਾਂ ਨੇ ਵੇਚੀ ਆਪਣੀ। ਉਹ ਘਬਰਾਏ ਨਹੀਂ, ਡੋਲੇ ਨਹੀਂ, ਤਸ਼ੱਦਦ ਕੀਤਾ ਗਿਆ, ਲਾਲਚ ਦਿੱਤੇ ਗਏ, ਡਰਾਵੇ ਦਿੱਤੇ ਗਏ। ਜਦੋਂ ਸੂਬੇ ਦੇ ਉਸ ਦਰਬਾਰ ਅੰਦਰ ਹਾਜ਼ਰ ਹੁੰਦੇ ਨੇ ਨਾ, ਸਾਰਿਆਂ ਦੀ ਨਜ਼ਰ ਪਤਾ ਕਿਹਨਾਂ ਤੇ ਆ? ਸਾਹਿਬਜ਼ਾਦਿਆਂ ਤੇ ਬਣੀ ਹੋਈ ਆ। ਵੀ ਸਾਹਿਬਜ਼ਾਦਿਆਂ ਨੂੰ ਵੇਖਦੇ ਆ, ਸਿਰ ਝੁਕਾਉਣਗੇ, ਆਪਾਂ ਉਹਦੀ ਕਹਿ ਦਾਂਗੇ ਵੀ ਇਹਨਾਂ ਨੇ ਈਨ ਮੰਨ ਲਈ ਹੈ। ਬੱਚੇ ਨੇ ਡਰਾ ਦੇਵਾਂਗੇ, ਡਰ ਦੇ ਵਿੱਚ ਰੱਖ ਲਵਾਂਗੇ। ਪਰ ਉਸ ਵਕਤ ਉਹਨਾਂ ਦੋਨਾਂ ਸਾਹਿਬਜ਼ਾਦਿਆਂ ਨੇ ਦਰਬਾਰ ਵਿੱਚ ਜਦੋਂ ਹਾਜ਼ਰ ਹੁੰਦੇ ਨੇ ਨਾ, ਸੂਬੇ ਦੇ ਦਰਬਾਰ ਵਿੱਚ, ਪਹਿਲਾਂ ਆਪਣੀ ਜੁੱਤੀ ਮੂਹਰੇ ਰੱਖੀ ਹੈ। ਤੇਰੇ ਤਖਤ, ਤੇਰੇ ਤਾਜ ਆ ਤੇਰਾ ਦਰਬਾਰ, ਇੱਥੇ ਸਿਰ ਨਹੀਂ ਝੁਕੇਗਾ। ਇੱਥੇ ਪਹਿਲਾਂ ਜੁੱਤੀ ਉਹਨਾਂ ਨੇ ਮੂਹਰੇ ਰੱਖੀ ਹੈ, ਉਹਨਾਂ ਸਾਹਿਬਜ਼ਾਦਿਆਂ ਨੇ। ਪੈਰ ਕੱਢ ਕੇ ਸਾਹਿਬਜ਼ਾਦੇ ਸੂਬੇ ਦੇ ਉਸ ਦਰਬਾਰ ਦੇ ਅੰਦਰ ਜਾ ਕਰਕੇ ਗੱਜ ਕੇ ਫਤਿਹ ਬੁਲਾਉਂਦੇ ਨੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਫਤਿਹ ਅਰਜ਼ ਕੀਤੀ ਨਾ, ਦਰਬਾਰ ਦੇ ਜਿਹੜੇ ਦਰਬਾਰੀ ਸੀ, ਸਿਪਾਹੀ ਸੀ, ਵਜ਼ੀਰ ਖਾਂ ਸੀ, ਉਹ ਬੜੇ ਘਬਰਾ ਉੱਠੇ। ਉਮਰ ਬਹੁਤ ਛੋਟੀ ਹੈ, ਇੰਨੀ ਗੜਸ, ਇੰਨੀ ਸਪਰਿਟ। ਉਸੇ ਦਰਬਾਰ ਅੰਦਰ ਉਹਨਾਂ ਸਾਹਿਬਜ਼ਾਦਿਆਂ ਨਾਲ ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ। ਸੁੱਚਾ ਆਨੰਦ ਵਰਗੇ ਵੱਡੀਆਂ ਗੱਲਾਂ ਕਰਦੇ ਨੇ। ਕਾਜੀ ਨੂੰ ਇਸੇ ਦਰਬਾਰ ਅੰਦਰ ਫਤਵਾ ਦੇਣ ਲਈ ਆਖਿਆ ਨਾ, ਕਾਜੀ ਨੇ ਇੱਕ ਵਾਰ ਇਨਕਾਰ ਕਰਤਾ ਸੀ ਜੀ। ਕਾਜੀ ਕਹਿੰਦਾ ਇਸਲਾਮ ਦੇ ਵਿੱਚ ਕਿਤੇ ਨਹੀਂ ਲਿਖਿਆ ਵੀ ਬੱਚਿਆਂ ਤੇ ਜ਼ੁਲਮ ਕਰੋ, ਇਸਲਾਮ ਧਰਮ ਦੇ ਵਿੱਚ ਕਿਤੇ ਨਹੀਂ ਲਿਖਿਆ ਬਜ਼ੁਰਗ ਮਾਂ ਤੇ ਜ਼ੁਲਮ ਕਰੋ, ਬੁੱਢੀ ਮਾਂ ਤੇ ਜ਼ੁਲਮ ਕਰੋ। ਕਾਜੀ ਫਤਵਾ ਦੇਣ ਤੋਂ ਇਨਕਾਰ ਕਰ ਗਿਆ ਸੀ। ਦੂਸਰਾ ਦਿਨ ਫੇਰ ਰੱਖਿਆ ਗਿਆ। ਇੱਕ ਵਾਰ ਪੇਸ਼ੀ ਭੁਗਤ ਕੇ ਆ ਗਏ ਨੇ ਉਸ ਦਰਬਾਰ ਦੇ ਵਿੱਚੋਂ। ਫਿਰ ਮਾਤਾ ਗੁਜਰ ਕੋਲ ਜਾਂਦੇ ਨੇ। ਮਾਤਾ ਗੁਜਰ ਕੌਰ ਨੇ ਉਹਨਾਂ ਬੱਚਿਆਂ ਨੂੰ ਆਪਣੀ ਗਲਵੱਕੜੀ ਦੇ ਵਿੱਚ ਲਿਆ, ਬੁੱਕਲ ਦੇ ਵਿੱਚ ਲਿਆ। ਪੋਤਰਿਓ, ਅੱਜ ਪੇਸ਼ੀ ਦੇ ਵਿੱਚ ਕੀ ਕੁਝ ਪੁੱਛਿਆ ਗਿਆ, ਕੀ ਕੁਝ ਗੱਲਾਂ ਬਾਤਾਂ ਕੀਤੀਆਂ, ਉਹ ਸਾਰੀ ਵਾਰਤਾਲਾਪ ਸਾਹਿਬਜ਼ਾਦੇ ਦੱਸਦੇ ਨੇ ਵੀ ਸਾਡੇ ਨਾਲ ਇਸ ਤਰ੍ਹਾਂ ਵਾਪਰਿਆ। ਹੁਣ ਜਿਹੜੀ ਕੱਲ੍ਹ ਦੇ ਦੀਵਾਨਾਂ ਵਿੱਚ ਆਪਾਂ ਅਗਲੀ ਪੇਸ਼ੀ ਦੀ ਗੱਲ ਕਰਾਂਗੇ ਜੀ, ਕਿਸ ਤਰ੍ਹਾਂ ਸਾਹਿਬਜ਼ਾਦੇ ਅਗਲੀ ਪੇਸ਼ੀ ਭੁਗਤਣ ਵਾਸਤੇ ਜਾਂਦੇ ਨੇ। ਗੁਰੂ ਕਿਰਪਾ ਕਰੇ ਜੀ, ਇੰਨੀ ਬੇਨਤੀ ਪ੍ਰਵਾਨ ਕਰਿਓ। ਲੜੀਵਾਰ ਇਤਿਹਾਸ ਨਾਲ ਤੇ ਗੁਰਬਾਣੀ ਨਾਲ ਜੁੜੇ ਰਹੀਏ, ਜੀਵਨ ਨੂੰ ਸਫਲਾ ਕਰੀਏ। ਅੰਤ ਵਿੱਚ ਫਤਿਹ ਨਾਲ ਆਖੋ, ਪਾਓ ਸਾਂਝ ਜੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।